सतगुर आयो शरण तुहारी, मिलै सुख नाम हर सुबा। चिंता लाहे हमारी, अवर न सूझै दूजी ठाहर। हार परयो तौ दुआरी, लिखा छोड़ अलिखै छूटहै। हम निर्गुण लेहु उबारी, सद बख्शिंद सदा मेहरवाना। सबना दे आधारी, नानक दास संत पाछै परयो। राख लेहो एह बारी, बहुत जन्म बिछुरे थे माधो। एह जन्म तुम्हारे कह रविदास आस लग जीवों। चिर भयो दर्शन देखे, सो कहो टल गुर सेवियै। अहनिस सहज सुपाए, दर्शन परसै गुरु कै। जन्म मरण दुख जाए, दर्शन परसै गुरु कै। जन्म मरण दुख जाए, सतनाम वाहिगुरु साहिब जियो। सलोक महला तीजा, ब्रह्म बिंदै तिस दा ब्रह्मत रहै। एक शब्द लिव लाए, नव निधि 18 सिद्धि। पिछै लगियां फिरहै, जो हर हिरदै सदा वसाए। ब्रह्म बिंदै तिस दा ब्रह्मत रहै। एक शब्द लिव लाए, नव निधि 18 सिद्धि। पिछै लगियां फिरहै, जो हर हिरदै सदा वसाए। बिन सतगुर नाउ न पाइयै, बुझो कर विचार।
ਨਾਨਕ ਪੂਰੈ ਭਾਗ ਸਤਿਗੁਰ ਮਿਲੈ। ਸੁਖ ਪਾਏ ਜੁਗ ਚਾਰ, ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ। ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ, ਜੋ ਨਾਮ ਰਹੇ ਲਿਵ ਲਾਏ। ਪੌੜੀ ਹਉ ਬਲਿਹਾਰੀ ਤਿਨ ਕਾ, ਜੋ ਗੁਰਮੁਖ ਸਿਖਾ। ਜੋ ਹਰਿ ਨਾਮ ਧਿਆਇਂਦੇ, ਤਿਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ, ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਗੁਰੂ ਕਿਰਪਾ ਸਦਕਾ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਦਾਤਾਰ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਜੋ ਹਰ ਸਾਲ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਆਪ ਸੰਗਤ ਦੇ ਸਹਿਯੋਗ ਦੇ ਨਾਲ ਸਾਲਾਨਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਗੁਰੂ ਕਿਰਪਾ ਸਦਕਾ ਆਪਾਂ 26ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ
ਸਮਾਗਮ ਦੀਆਂ ਹਾਜ਼ਰੀਆਂ ਭਰ ਰਖੇ ਖਾਂ। ਅੱਜ ਤੀਸਰੇ ਤੇ ਅੰਤਿਮ ਰੋਜ਼ ਦੇ ਦੀਵਾਨ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਪ ਸੰਗਤ ਜੁੜੇ ਹੋ ਬੜੇ ਪ੍ਰੇਮ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਕਾਰਯੋਗ ਭਾਈ ਮੁਖਤਿਆਰ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਆਸਾ ਕੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ। ਆਓ ਉਪਰੰਤ ਜੋ ਇਸ ਅਸਥਾਨ ਦੀ ਮਰਿਆਦਾ ਹੈ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਸ਼ਬਦ ਦੀ ਵਿਚਾਰ, ਉਸ ਨਾਲ ਆਪਾਂ ਜੁੜਨਾ ਹੈ। ਗੁਰਦੇਵ ਜੀ ਨੇ ਅੱਜ ਪ੍ਰਕਾਸ਼ਮਾਨ ਹੋ ਕਰਕੇ ਜੋ ਪਾਵਨ ਹੁਕਮਨਾਮਾ ਸਾਨੂੰ ਬਖਸ਼ਿਆ ਹੈ, ਉਸ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਸੋਰਠ ਕੀ ਵਾਰ ਵਿੱਚੋਂ ਸਤਿਗੁਰੂ ਨੇ ਅੱਜ ਫਰਮਾਨ ਕੀਤਾ ਹੈ। 2 ਸ਼ਲੋਕ ਹਨ ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਗਏ ਹਨ, ਤੇ ਵਾਰ ਦਾ ਸਰੂਪ ਜੋ ਪੌੜੀ ਹੈ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਹੈ। ਸਮੁੱਚੇ ਸ਼ਬਦ ਦਾ ਭਾਵ ਜੋ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਜੋ ਜੀਵ ਸੰਸਾਰ ਜਗਤ ਵਿੱਚ ਆ ਕਰਕੇ ਆਪਣੇ ਮਨੋਰਥ ਨੂੰ ਸਮਝ ਲੈਂਦਾ ਹੈ, ਆਪਣੇ ਮੂਲ ਨੂੰ ਜਾਣ ਲੈਂਦਾ ਹੈ, ਉਹ ਆਪਣੇ ਮੂਲ ਨੂੰ ਜਾਣਨ ਕਾਰਨ ਹੀ ਉਸ ਦਾ ਸਰੂਪ ਬਣ ਜਾਂਦਾ ਹੈ। ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਨੂੰ ਮੰਨਣ ਵਾਲਾ ਹੀ ਬ੍ਰਾਹਮਣ ਹੋ ਨਿਬੜਦਾ ਹੈ। ਫਿਰ ਸੰਸਾਰ ਦੇ ਸਾਰੇ ਸੁੱਖ ਸੁਵਿਧਾਵਾਂ, ਰਿੱਧੀਆਂ ਸਿੱਧੀਆਂ, ਜੋ ਕੁਝ ਵੀ ਸੰਸਾਰ ਦੇ ਅੰਦਰ ਪਰਾਕਰਮੀ ਹੈ, ਉਹ ਸਭ ਕੁਝ ਉਸ ਬ੍ਰਹਮ ਸਰੂਪ ਆਤਮਾ ਦੀ ਝੋਲੀ ਵਿੱਚ ਪੈ ਜਾਂਦਾ ਹੈ, ਜਿਸ ਨੇ ਬ੍ਰਹਮ ਨੂੰ ਬਿੰਦ ਲਿਆ ਹੈ, ਬ੍ਰਹਮ ਨੂੰ ਜਾਣ ਲਿਆ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਸ਼ਬਦਾਂ ਵਿੱਚ ਕੀ ਕਿਰਪਾ ਕਰਦੇ ਨੇ। ਗੁਰੂ ਕਿਰਪਾ ਸਦਕਾ ਆਪਾਂ ਵਾਚਨ ਦਾ ਯਤਨ ਕਰਨਾ ਹੈ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾਲਤਾ ਕਰੋ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਇਹ ਪਹਿਲਾ ਸ਼ਲੋਕ ਹੈ ਇਸ ਪੌੜੀ ਦਾ, ਜਿਸ ਅੰਦਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ। ਬਿੰਦੈ ਤੋਂ ਭਾਵ ਹੁੰਦਾ ਜਾਣ ਲੈਣਾ। ਜਾਣਨਾ ਸਿਰਫ ਦਿਮਾਗੀ ਪੱਧਰ 'ਤੇ ਨਹੀਂ ਕਿ ਮੈਨੂੰ ਸੰਸਾਰਿਕ ਚੀਜ਼ਾਂ ਦਾ ਗਿਆਨ ਦਿਮਾਗੀ ਪੱਧਰ 'ਤੇ ਹੋ ਜਾਏ, ਬੁੱਧੀ ਦੇ ਤਲ ਤੱਕ ਮੈਂ ਕਿਸੇ ਚੀਜ਼ ਨੂੰ ਜਾਣ ਲਵਾਂ ਤੇ ਮੈਂ ਉਸ ਨੂੰ ਜਾਣ ਗਿਆ। ਬ੍ਰਹਮ ਦੇ ਜਾਣਨ ਦਾ ਭਾਵ ਹੈ ਧੁਰ ਆਤਮਾ ਤੱਕ, ਰੋਮ ਰੋਮ ਤੱਕ
ਮਨ ਬੁੱਧ ਚਿੱਤ ਅਹੰਕਾਰ ਅੰਤਸ਼ਕਰਨ ਦੇ ਹਰ ਪੜਾਅ ਦੇ ਉੱਤੇ ਕੇਵਲ ਬ੍ਰਹਮ ਦਾ ਸਰੂਪ ਹੀ ਭਾਸੇ, ਬ੍ਰਹਮ ਦਾ ਹੀ ਅਨੁਭਵ ਹੋਵੇ, ਪਰਮੇਸ਼ਵਰ ਹੀ ਪ੍ਰਤੀਤ ਹੁੰਦਾ ਹੋਵੇ, ਉਸ ਨੂੰ ਨਾ ਕੁਝ ਹੋਰ ਸੁਣੇ ਨਾ ਕੁਝ ਹੋਰ ਦਿਸੇ, ਉਹ ਹੈ ਬ੍ਰਹਮ ਨੂੰ ਜਾਣ ਲੈਣਾ। ਸਿਰਫ ਇਹ ਨਹੀਂ ਕਿ ਪਰਮਾਤਮਾ ਹੈ ਜਾਂ ਪਰਮੇਸ਼ਵਰ ਹੈ ਤੇ ਮੈਂ ਕਹਿਦਾ ਮੈਂ ਬ੍ਰਹਮ ਨੂੰ ਜਾਣ ਲਿਆ ਹੈ, ਮੈਂ ਬ੍ਰਾਹਮਣ ਹੋ ਗਿਆ। ਗੁਰਦੇਵ ਜੀ ਆਖਦੇ ਜਾਣਨ ਦਾ ਭਾਵ ਹੈ ਕਿ ਨਾ ਉਸ ਨੂੰ ਬ੍ਰਹਮ ਤੋਂ ਬਿਨਾਂ ਕੁਝ ਹੋਰ ਸੁਣਦਾ ਹੈ, ਨਾ ਉਸ ਨੂੰ ਬ੍ਰਹਮ ਤੋਂ ਬਿਨਾਂ ਕੋਈ ਦੂਸਰਾ ਦਿਸਦਾ ਹੈ, ਤੇ ਨਾ ਹੀ ਉਹ ਆਪਣੀ ਰਸਨਾ ਤੋਂ ਆਪਣੀ ਆਵਾਜ਼ ਤੋਂ ਬ੍ਰਹਮ ਦੀ ਆਵਾਜ਼ ਤੋਂ ਬਿਨਾਂ ਕੋਈ ਆਵਾਜ਼ ਕੱਢਦਾ ਹੈ। ਪਹਿਲੀ ਸ਼ਰਤ ਇਹ ਹੈ ਕਿ ਉਹਦੇ ਅੰਦਰੋਂ ਆਪਾ ਮਰ ਚੁੱਕਿਆ ਹੈ, ਹਉਮੈ ਦਾ ਨਾਸ ਹੋ ਗਿਆ ਹੈ, ਉਹਦੀ ਦੁਬਦਾ ਦੁਰਮਤ ਤੇ ਅਗਿਆਨਤਾ ਮਿਟ ਗਈ ਹੈ। ਜਿਹਦੇ ਅੰਦਰੋਂ ਇਹ ਚੀਜ਼ਾਂ ਦਾ ਨਾਸ ਹੋ ਗਿਆ, ਸਮਝ ਲੈਣਾ ਵੀ ਉਸਨੇ ਹੀ ਬ੍ਰਹਮ ਨੂੰ ਜਾਣਿਆ ਹੈ। ਨਾ ਕਿ ਕੇਵਲ ਪੜ੍ਹ ਕੇ ਜਾਂ ਸੁਣ ਕੇ ਕੋਈ ਆਖਦੇ ਵੀ ਮੈਂ ਵੀ ਬ੍ਰਹਮ ਨੂੰ ਜਾਣਦਾ ਹਾਂ। ਮੈਨੂੰ ਵੀ ਪਤਾ ਹੈ ਵੀ ਪਰਮਾਤਮਾ ਕਣ ਕਣ ਵਿੱਚ ਵਸਦਾ ਹੈ, ਪਰਮਾਤਮਾ ਹਰ ਇੱਕ ਦੇ ਘਟ ਵਿੱਚ ਵਸਦਾ ਹੈ। ਪੜ੍ਹਦੇ ਤੇ ਅਸੀਂ ਵੀ ਹਾਂ, ਸੁਣਦੇ ਤੇ ਇਹਨਾਂ ਗੱਲਾਂ ਨੂੰ ਵੀ ਅਸੀਂ ਵੀ ਹਾਂ ਕਿ ਹਰ ਕਣ ਕਣ ਵਿੱਚ ਪਰਮਾਤਮਾ ਹੈ, ਹਰ ਜ਼ਰਰੇ ਜ਼ਰਰੇ ਵਿੱਚ ਪਰਮਾਤਮਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਬਚਨ ਅਸੀਂ ਸੁਣਦੇ ਤੇ ਪੜ੍ਹਦੇ ਹਾਂ, ਪਰ ਇਹ ਸਾਡਾ ਪੜ੍ਹਨਾ ਸਾਡਾ ਸੁਣਨਾ ਸਿਰਫ ਸਰੀਰਕ ਪੱਧਰ ਤੱਕ ਹੁੰਦਾ ਹੈ, ਜਿਸ ਕਰਕੇ ਅਸੀਂ ਬ੍ਰਹਮ ਨੂੰ ਬਿੰਦ ਨਹੀਂ ਸਕਦੇ। ਜਿਤਨਾ ਸਮਾਂ ਇਹ ਪੜ੍ਹਿਆ ਇਹ ਸੁਣਿਆ ਇਸ ਉੱਪਰਲੀ ਸਤ੍ਹਾ ਤੋਂ ਗੁਜ਼ਰ ਕੇ ਧੁਰ ਆਤਮਾ ਤੱਕ ਨਹੀਂ ਚਲਾ ਜਾਂਦਾ, ਉਹਨਾਂ ਚਿਰ ਬ੍ਰਹਮ ਦਾ ਗਿਆਨ ਨਹੀਂ। ਗੁਰਦੇਵ ਜੀ ਨੇ ਨਿਸ਼ਾਨੀ ਦੱਸੀ ਹੈ ਕਿ ਬ੍ਰਾਹਮਣ ਕੌਣ ਹੈ। ਬ੍ਰਾਹਮਣ ਦਾ ਭਾਵ ਇੱਥੇ ਪਰਮਾਤਮਾ ਨੂੰ ਜਾਣਨ ਵਾਲਾ ਲੈਣਾ, ਨਾ ਕਿ ਕਿਸੇ ਗੋਤ ਦੇ ਨਾਲ, ਵਰਣ ਦੇ ਨਾਲ, ਜਾਤੀ ਦੇ ਨਾਲ ਸੰਬੰਧਿਤ ਨਹੀਂ। ਬ੍ਰਾਹਮਣ ਉਹ ਜਿਸ ਨੇ ਪਰਮਾਤਮਾ ਨੂੰ ਜਾਣ ਲਿਆ। ਮੈਂ ਅਰਜ਼ ਕਰ ਰਿਹਾ ਕਿ ਜਾਣਨਾ ਕਿੱਥੋਂ ਤੱਕ, ਸਿਰਫ ਇਹ ਨਹੀਂ ਸੰਸਾਰੀ ਪੱਧਰ ਤੱਕ, ਸਿਰਫ ਕਿਤਾਬੀ ਗਿਆਨ ਤੱਕ। ਗੁਰਦੇਵ ਜੀ ਆਖਦੇ ਜਿਹਦੇ ਅੰਦਰੋਂ ਦੁਬਦਾ ਦਵੈਕ ਭ੍ਰਮ ਅਗਿਆਨ ਮਿਟ ਗਿਆ, ਜਿਸ ਨੂੰ ਨਾ ਕੋਈ ਦੂਸਰਾ ਸੁਣਦਾ ਹੈ ਨਾ ਕੋਈ ਦੂਸਰਾ ਦਿਸਦਾ ਹੈ, ਉਹੀ ਬ੍ਰਾਹਮਣ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਸ਼ਬਦ ਲਿਵ ਲਾਏ। ਇਹ ਬ੍ਰਾਹਮਣ ਦੀ ਨਿਸ਼ਾਨੀ ਹੈ, ਇਹ ਬ੍ਰਹਮ ਨੂੰ ਜਾਣਨ ਵਾਲੇ ਦੀ ਗੱਲ ਹੈ, ਜਿਸ ਨੂੰ ਸੁਣਦਾ ਵੀ ਬ੍ਰਹਮ ਪਿਆ ਹੈ। ਭਾਵ ਹਰ ਥਾਂ ਤੇ ਪਰਮਾਤਮਾ ਨਜ਼ਰ ਹੀ ਆਉਂਦਾ, ਸੁਣਾਈ ਪੈਂਦਾ। ਦੇਖੋ ਬ੍ਰਾਹਮਣ ਹੋਣ ਦੀ ਨਿਸ਼ਾਨੀ ਕੀ ਹੈ, ਸੁਣਾਈ ਵੀ ਬ੍ਰਹਮ ਕਿਵੇਂ ਪੈਂਦਾ। ਅਸੀਂ ਸਾਰੇ ਸੁਣਦੇ ਹਾਂ, ਰੱਬ ਨੇ ਸਾਨੂੰ ਕੰਨ ਦਿੱਤੇ ਨੇ, ਭਾਂਤ ਭਾਂਤ ਦੀਆਂ ਆਵਾਜ਼ਾਂ ਸਾਨੂੰ ਸੁਣਦੀਆਂ ਨੇ। ਪੰਛੀਆਂ ਦਾ ਬੋਲਣਾ ਸੁਣਦਾ ਹੈ, ਜਾਨਵਰਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਮਨੁੱਖਾਂ ਜੀਵ ਜੰਤੂਆਂ ਦੀਆਂ ਆਵਾਜ਼ਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਨੇ, ਪਰ ਸਭ ਦੀ ਵੱਖੋ ਵੱਖਰੀ ਆਵਾਜ਼ ਪ੍ਰਤੀਤ ਹੁੰਦੀ ਹੈ, ਸੁਣਦੀ ਹੈ। ਪਰ ਜਦੋਂ ਇੱਕ ਬ੍ਰਹਮ ਨੂੰ ਜਾਣਨ ਵਾਲਾ, ਜਿਸ ਨੇ ਬ੍ਰਹਮ ਨੂੰ ਜਾਣਿਆ ਹੋਇਆ ਹੈ, ਉਹ ਕਿਸੇ ਜੀਵ ਦੀ ਆਵਾਜ਼ ਸੁਣਦਾ ਹੈ, ਕਿਸੇ ਮਨੁੱਖ ਦੀ ਆਵਾਜ਼ ਸੁਣਦਾ ਹੈ, ਕਿਸੇ ਪੰਛੀ ਦੀ ਆਵਾਜ਼ ਸੁਣਦਾ ਹੈ, ਕਿਸੇ ਜਾਨਵਰ ਦੀ ਆਵਾਜ਼ ਸੁਣਦਾ ਹੈ। ਸਾਰਿਆਂ ਦੀਆਂ ਆਵਾਜ਼ਾਂ ਸੁਣ ਕੇ ਵੀ ਵਖਰੇਵਾ ਨਹੀਂ ਕਰਦਾ। ਉਹ ਬੋਲਦਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਹੈ ਬ੍ਰਹਮ ਦੀਸੈ ਬ੍ਰਹਮ ਸੁਣੀਐ। ਕਹਿੰਦੇ ਜੋ ਕੁਝ ਵੀ ਸੰਸਾਰ ਵਿੱਚ ਬੋਲ ਰਿਹਾ, ਭਾਵੇਂ ਮ੍ਰਿਗ ਨੇ, ਮੋਰ ਨੇ, ਜੀਵ ਜੰਤੂ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਕਹਿੰਦੇ ਸਾਰੇ ਬੋਲਦੇ ਪਏ ਨੇ, ਸਾਨੂੰ ਵੱਖਰੇ ਵੱਖਰੇ ਸੁਣਾਈ ਪ੍ਰਤੀਤ ਹੋਣਗੇ। ਪਰ ਬ੍ਰਹਮ ਨੂੰ ਜਾਣਨ ਵਾਲੇ ਦੀ ਕੀ ਨਿਸ਼ਾਨੀ ਹੈ, ਉਹ ਮੰਨਦਾ ਹੈ ਕਿ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਬਿਨਾਂ ਹਰੀ ਤੋਂ ਹੋਰ ਕੁਝ ਉਹਨੂੰ ਸੁਣਾਈ ਨਹੀਂ ਪੈਂਦਾ। ਇਹ ਤੇ ਫਿਰ ਵੀ ਸਵਾਸ ਲੈਣ ਵਾਲੇ, ਪ੍ਰਾਣ ਲੈਣ ਵਾਲੇ ਜੀਵ ਨੇ ਨਾ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਹਨਾਂ ਦੀਆਂ ਆਵਾਜ਼ਾਂ ਤੋਂ ਵੀ ਬ੍ਰਹਮ ਦੀ ਆਵਾਜ਼ ਸੁਣੀ, ਜਿਹੜੀਆਂ ਨਿਰਜਿੰਦ ਵਸਤੂਆਂ ਨੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਇੱਕ ਵਚਨ ਆਉਂਦਾ, ਹਰ ਹਟ ਭੀ ਤੂੰ ਤੂੰ ਕਰੈ। ਹੁਣ ਹਰ ਹਟ ਪੁਰਾਤਨ ਸਮਿਆਂ ਦੇ ਅੰਦਰ ਹਰਟਾਂ ਚੱਲਦੀਆਂ ਹੁੰਦੀਆਂ ਸਨ।
ਤੇ ਉਹਨਾਂ ਦੇ ਵਿੱਚੋਂ ਚੀਂ ਚੀਂ ਦੀ ਆਵਾਜ਼ ਆਉਂਦੀ ਸੀ ਜਦੋਂ ਉਹ ਖੂਹ ਦੇ ਵਿੱਚ ਗਿੜਦੀਆਂ ਸਨ। ਪਰ ਜਿਹਦੇ ਅੰਦਰ ਬ੍ਰਹਮ ਸਮਾ ਗਿਆ ਹੈ, ਜਿਹਦੇ ਅੰਦਰ ਪਰਮੇਸ਼ਵਰ ਲਬਰੇਜ਼ ਹੋ ਗਿਆ ਹੈ, ਉਹਨੂੰ ਦੁਨੀਆ ਦਾ ਰੌਲਾ ਨਹੀਂ ਸੁਣਦਾ, ਉਹਨੂੰ ਦੁਨੀਆ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ ਉਹ ਤੇ ਦੁਨੀਆ ਦੀਆਂ ਆਵਾਜ਼ਾਂ ਦੇ ਵਿੱਚੋਂ ਵੀ ਬ੍ਰਹਮ ਦੀ ਆਵਾਜ਼ ਨੂੰ ਹੀ ਸੁਣਦਾ ਹੈ। ਹਰਟਾਂ ਦੀ ਆਵਾਜ਼ ਸੁਣ ਕੇ ਵੀ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਹਰ ਹਟ ਭੀ ਤੂੰ ਕਰੈ। ਇਹ ਹਰ ਹਟ ਭੀ ਉਸ ਨੂੰ ਆਰਾਧ ਰਹੀ ਹੈ, ਉਸ ਨੂੰ ਗਾ ਰਹੀ ਹੈ, ਬ੍ਰਹਮ ਸੁਣੀਐ। ਬ੍ਰਹਮ ਨੂੰ ਜਾਣਨ ਵਾਲੇ ਦੀ ਨਿਸ਼ਾਨੀ ਹੀ ਇਹ ਹੈ ਕਿ ਉਸ ਨੂੰ ਕੋਈ ਦੂਸਰੀ ਚੀਜ਼ ਸੁਣਾਈ ਨਹੀਂ ਪਏਗੀ, ਕੋਈ ਦੁਬਿਧਾ ਨਹੀਂ ਉਹਦੇ ਜੀਵਨ ਵਿੱਚ ਰਹਿ ਗਈ। ਉਹਨੂੰ ਹਰ ਥਾਂ ਤੇ ਪਰਿਪੂਰਨ ਪਰਮਾਤਮਾ ਭਾਸਦਾ ਹੈ, ਉਹਨੂੰ ਉਸ ਦਾ ਗਿਆਨ ਹੁੰਦਾ ਹੈ, ਉਹਦਾ ਆਭਾਸ ਉਸ ਨੂੰ, ਉਸ ਦੀ ਅਨੁਭਵਤਾ ਪ੍ਰਾਪਤ ਹੁੰਦੀ ਹੈ, ਹਰ ਥਾਂ ਤੇ ਪ੍ਰਤੀਤ ਹੁੰਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਕੋਈ ਵੀ ਗੋਬਿੰਦ ਤੋਂ ਬਿਨਾ ਥਾਂ ਨਹੀਂ ਹੈ। ਸੰਸਾਰਿਕ ਪੱਧਰ ਤੇ ਅਸੀਂ ਦੇਖਦੇ ਹਾਂ ਸਾਨੂੰ ਸਰੀਰਾਂ ਦਾ ਵਖਰੇਵਾਂ ਵੀ ਭਾਸਦਾ ਹੈ। ਭਾਂਤ ਭਾਂਤ ਦੇ ਸਰੀਰ ਨੇ, ਭਾਂਤ ਭਾਂਤ ਦੇ ਨਾਤੇ ਨੇ। ਅਸੀਂ ਆਪਣੀ ਦ੍ਰਿਸ਼ਟੀ ਦੇ ਨਾਲ, ਆਪਣੇ ਗਿਆਨ ਦੇ ਨਾਲ ਹਰ ਇੱਕ ਨੂੰ ਵੱਖਰਾ ਕਰਦੇ ਹਾਂ। ਦੇਖੋ ਸੰਸਾਰੀ ਪੱਧਰ ਤੇ ਇਹ ਵਖਰੇਵਾਂ ਜ਼ਰੂਰੀ ਵੀ ਹੈ, ਪਰ ਸੰਸਾਰੀ ਮਨੁੱਖ ਸਿਰਫ ਇਸ ਵਖਰੇਵੇਂ ਤੇ ਰਹਿ ਜਾਂਦਾ ਹੈ। ਬ੍ਰਹਮ ਨੂੰ ਜਾਣਨ ਵਾਲਾ ਇਸ ਵਖਰੇਵੇਂ ਨੂੰ ਸਮਝਣ ਤੋਂ ਬਾਅਦ ਵੀ ਉਹ ਪਰਿਪੂਰਨ ਪਰਮਾਤਮ ਰੂਪ ਸਮਝ ਕੇ ਸਭ ਨੂੰ ਇੱਕ ਦ੍ਰਿਸ਼ਟੀ ਨਾਲ, ਇੱਕ ਸਮਾਨਤਾ ਨਾਲ ਦੇਖਦਾ। ਉਹਦੇ ਲਈ ਕੋਈ ਦੂਸਰਾ, ਜਦੋਂ ਉਸ ਪੱਧਰ ਤੇ ਅਸੀਂ ਦੇਖਦੇ ਹਾਂ ਜਾਂ ਸੁਣਦੇ ਹਾਂ, ਫਿਰ ਉਹਦੇ ਲਈ ਕੋਈ ਦੂਸਰਾ ਨਹੀਂ ਰਹਿ ਜਾਂਦਾ, ਸਭ ਇੱਕ ਹੋ ਜਾਂਦੇ ਨੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਗੁਰਦੇਵ ਜੀ ਕਹਿੰਦੇ ਜਿਹਨੇ ਬਿੰਦ ਲਿਆ, ਬ੍ਰਹਮ ਜਾਣ ਲਿਆ। ਇੱਕ ਥਾਂ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਹੀ ਬਚਨ ਹੈ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਕਹਿੰਦੇ ਉਹੀ ਬ੍ਰਾਹਮਣ ਹੈ ਜੋ ਬ੍ਰਹਮ ਨੂੰ ਬਿੰਦਦਾ ਹੈ। ਉਹੀ ਪਰਮਾਤਮਾ ਪਰਮੇਸ਼ਵਰ ਦਾ ਪਿਆਰਾ ਹੈ ਜਿਸ ਨੇ ਬ੍ਰਹਮ ਨੂੰ ਜਾਣ ਲਿਆ ਹੈ, ਪਰਮੇਸ਼ਵਰ ਨੂੰ ਮੰਨ ਲਿਆ ਹੈ। ਉਸ ਤੋਂ ਬਿਨਾ ਕੋਈ ਦੂਸਰਾ ਬ੍ਰਾਹਮਣ ਨਹੀਂ, ਦੂਸਰਾ ਮਾਲਕ ਨੂੰ ਜਾਣਨ ਵਾਲਾ ਨਹੀਂ। ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 52 ਅੱਖਰੀ ਦੇ ਅੰਦਰ ਬੱਬੇ ਸ਼ਬਦ ਰਾਹੀਂ ਉਪਦੇਸ਼ ਦਿੱਤਾ। ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ। ਬਿੰਦੈ ਬ੍ਰਹਮ, ਜਿਸ ਨੇ ਬ੍ਰਹਮ ਨੂੰ ਬਿੰਦ ਲਿਆ। ਕਹਿੰਦੇ ਉਹੀ ਬ੍ਰਾਹਮਣ ਹੈ ਜਿਸ ਨੇ ਬ੍ਰਹਮ ਜਾਣ ਲਿਆ ਹੈ। ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ। ਵੈਸ਼ਨੂ ਤੇ ਗੁਰਮੁਖ ਸੁਚ ਧਰਮਾ। ਕਹਿੰਦੇ ਉਹ ਵੈਸ਼ਨਵ ਨੇ। ਵੈਸ਼ਨਵ ਤੋਂ ਭਾਵ ਹੁੰਦਾ ਜਿਹੜੇ ਆਪਣੇ ਆਪ ਨੂੰ ਪਵਿੱਤਰ ਮੰਨਦੇ ਨੇ, ਕਿਸੇ ਹੋਰ ਚੀਜ਼ ਨੂੰ ਛੂੰਹਦੇ ਨਹੀਂ। ਕਹਿੰਦੇ ਅਸਲ ਅੰਦਰ ਵੈਸ਼ਨਵ ਉਹ ਨੇ ਗੁਰਮੁਖ ਸੁਚ ਧਰਮਾ, ਜਿਨ੍ਹਾਂ ਨੇ ਆਪਣੇ ਅੰਦਰ ਗੁਰਮੁਖਤਾਈ ਲੈ ਆਉਂਦੀ ਹੈ, ਸੁੱਚੇ ਹੋ ਗਏ ਨੇ ਅੰਦਰੋਂ। ਉਹ ਵੈਸ਼ਨੂ ਨੇ, ਉਹ ਬ੍ਰਾਹਮਣ ਨੇ ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ ਹੈ। ਕੋਈ ਦੂਸਰਾ ਤੀਸਰਾ ਹੋਰ ਬ੍ਰਾਹਮਣ ਨਹੀਂ ਹੋ ਸਕਦਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਉਹਦਾ ਹੀ ਬ੍ਰਹਮ ਪੁਣਾ ਕਾਇਮ ਹੈ। ਉਹੀ ਅਸਲ ਬ੍ਰਹਮ ਗਿਆਨੀ ਹੈ ਜਿਸ ਨੇ ਬ੍ਰਹਮ ਨੂੰ ਜਾਣ ਲਿਆ ਹੈ। ਏਕ ਸ਼ਬਦ ਲਿਵ ਲਾਏ। ਕਹਿੰਦੇ ਜਾਣਨ ਦੀ ਨਿਸ਼ਾਨੀ ਕੀ ਹੈ? ਕਿਵੇਂ ਪਤਾ ਲੱਗੇ ਕਿ ਇਹ ਬ੍ਰਹਮ ਗਿਆਨੀ ਹੈ, ਇਹਨੇ ਬ੍ਰਹਮ ਨੂੰ ਜਾਣ ਲਿਆ ਹੈ? ਗੁਰਦੇਵ ਜੀ ਆਖਦੇ ਏਕ ਸ਼ਬਦ ਲਿਵ ਲਾਏ। ਉਹਦੀ ਵੱਡੀ ਨਿਸ਼ਾਨੀ ਇਹ ਹੈ ਕਿ ਉਹਦੀ ਸੁਰਤ, ਉਹਦਾ ਧਿਆਨ ਇੱਕ ਵਾਹਿਗੁਰੂ ਪਰਮਾਤਮਾ ਸਰੂਪ ਸਤਿਗੁਰੂ ਦੇ ਸ਼ਬਦ ਵਿੱਚ ਹੀ ਟਿਕਿਆ ਰਹਿੰਦਾ। ਉਹ ਸੰਸਾਰਿਕ ਪੱਧਰ ਤੇ ਰਹਿੰਦਾ ਹੋਇਆ ਵੀ ਸੁਰਤੀ ਦੇ ਮੰਡਲ ਵਿੱਚ ਪਰਮਾਤਮਾ ਪਰਮੇਸ਼ਵਰ ਦੇ ਸ਼ਬਦ ਨੂੰ ਟਿਕਾ ਕੇ ਰੱਖਦਾ। ਉਹਦਾ ਧਿਆਨ, ਉਹਦਾ ਗਿਆਨ, ਉਹਦੀ ਸੋਚ, ਉਹਦੀ ਸਮਰੱਥਾ ਸਭ ਕੁਝ ਇੱਕ ਸ਼ਬਦ ਤੇ ਟਿਕੀ ਹੁੰਦੀ ਹੈ। ਏਕ ਸ਼ਬਦ ਲਿਵ ਲਾਏ। ਉਹਦੀ ਲਿਵ ਪਰਮਾਤਮਾ ਨਾਲੋਂ ਕਦੀ ਨਹੀਂ ਟੁੱਟਦੀ, ਭਾਵੇਂ ਉਹ ਸੰਸਾਰਿਕ ਤੌਰ ਤੇ, ਸੰਸਾਰੀ ਪੱਧਰ ਤੇ, ਸੰਸਾਰ ਵਿੱਚ ਕਿਤੇ ਵੀ ਬੈਠਾ ਹੈ, ਬਿਰਾਜਮਾਨ ਹੈ, ਪਰ ਏਕ ਸ਼ਬਦ ਲਿਵ ਲਾਏ। ਉਹਦਾ ਧਿਆਨ, ਉਹਦਾ ਸਿਮਰਨ, ਉਹਦੀ ਇਕਾਗਰਤਾ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਇੱਕ ਤਾਰ ਵਿਆਪਕ ਹੈ, ਰਤੀ ਮਾਤਰ ਵੀ ਉੱਥੇ ਭੰਗ ਨਹੀਂ, ਰਤੀ ਮਾਤਰ ਵੀ ਖੰਡਿਤ ਨਹੀਂ ਹੁੰਦੀ। ਇੰਨਾ ਉਸ ਦਾ ਧਿਆਨ ਇਕਾਗਰ ਹੈ ਜਿਹੜਾ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਨੂੰ ਜਾਣਨ ਵਾਲਾ
ब्रह्म ज्ञानी। एक शब्द लिव लाए नव निधि 18 सिद्धि पिछे लगियां फिरें जो हर हृदय सदा वसाए। नव निधि 9 निधियां मन्निया गईयां ने ते 18 सिद्धियां मन्निया गया। निधियां दे विच संसार दे सारे पदार्थ आ जाते हैं। विद्वानां ने नाम ही दिते ने निधियां दे, पद्म, महापद्म, मकर, ये सारे नाम ने निधियां दे। 9 निधियां ने 18 सिद्धियां। सिद्धियां तो भाव है जो अपने शरीर ते ही व्यापदियां ने। मनुख सिद्धि की शक्ति प्राप्त करके संसारिक तौर ते अपने आप नूं किसी तरह भी ढाल सकता है। ये सिद्धियां ने। सिद्धियां दे नाम ही ने लगमा, गुरमा, महिमा, इच्छता, वचता, दूरदर्शी, श्रवण सुनसी, ਜਿਹੜੇ ਸਰਵਣ ਦੇ ਨਾਲ ਦੂਰ ਦੀ ਸੁਣ ਲੈਂਦੇ ਨੇ। ਦੂਰ ਸ਼ਰਵਣੀ, ਦੂਰਦਰਸ਼ੀ, ਲਗਮਾ, ਗੁਰਮਾ, ਮਹਿਮਾ ਭਾਵ ਆਪਣੇ ਸਰੀਰ ਨੂੰ ਬੜਾ ਵੱਡਾ ਕਰ ਲੈਣਾ, ਆਕਾਰ ਬਹੁਤ ਵੱਡਾ ਬਣਾ ਲੈਣਾ, ਆਪਣੇ ਸਰੀਰ ਨੂੰ ਬਿਲਕੁਲ ਅਣੂ ਜਿੱਡਾ ਛੋਟਾ ਕਰ ਲੈਣਾ। ਗਰਮਾ ਆਪਣੇ ਆਪ ਨੂੰ ਬੜਾ ਭਾਰੀ ਕਰ ਲੈਣਾ। ਇਹ ਰਿੱਧੀਆਂ ਤੇ ਸਿੱਧੀਆਂ ਹੁੰਦੀਆਂ ਹਨ। ਸੰਸਾਰਿਕ ਜੀਵਨ ਬਤੀਤ ਕਰਦਿਆਂ ਜਿਹੜੇ ਰੱਬ ਦੇ ਪਿਆਰੇ ਸੰਸਾਰ ਵਿੱਚ ਰਹਿੰਦਿਆਂ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ ਨਾ, ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ, ਮਹਾਂਪੁਰਖਾਂ ਦੇ ਜੀਵਨ ਦੇ ਅੰਦਰ ਇਹ ਸੁਭਾਵਿਕ ਹੀ ਕੁਦਰਤੀ ਤੌਰ 'ਤੇ ਵਾਪਰਦੀਆਂ ਨੇ। ਮਕਸਦ ਉਹਨਾਂ ਦਾ ਇਹ ਨਹੀਂ ਹੁੰਦਾ ਕਿ ਮੈਂ ਕੋਈ ਰਿੱਧੀ ਜਾਂ ਕੋਈ ਸਿੱਧੀ ਵਿਖਾ ਕਰਕੇ ਸੰਸਾਰ ਨੂੰ ਆਪਣੇ ਪਿੱਛੇ ਲਾਣਾ। ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਹੈ ਉਹਦੇ ਤੇ ਪਿੱਛੇ ਲੱਗੀਆਂ ਰਹਿੰਦੀਆਂ ਨੇ। ਉਹਦੇ ਜੀਵਨ ਦੇ ਅੰਦਰ ਇਹ ਸਹਿਜ ਸੁਭਾਵਿਕ ਕੁਦਰਤੀ ਵਾਪਰਦੀਆਂ ਨੇ। ਕਿਸੇ ਵੀ ਮਹਾਂਪੁਰਖ ਦਾ ਜੀਵਨ, ਕਿਸੇ ਵੀ ਸੰਤ ਮਹਾਤਮਾ ਦਾ ਜੀਵਨ ਆਪ ਜੀ ਪੜ੍ਹੋ। ਹਰ ਇੱਕ ਮਹਾਂਪੁਰਖ ਦੇ ਸੰਤ ਮਹਾਤਮਾ ਦੇ ਜੀਵਨ ਵਿੱਚੋਂ ਆਪ ਜੀ ਨੂੰ ਇਹ ਝਲਕਾਰੇ ਮਿਲਣਗੇ ਕਿ ਉਹਨਾਂ ਦੇ ਜੀਵਨ ਅੰਦਰ ਇੱਕ ਕੁਦਰਤੀ ਵਾਪਰੀਆਂ ਨੇ, ਕੁਦਰਤੀ ਵਰਤੀਆਂ ਨੇ, ਸਹਿਜ ਸੁਭਾਵਿਕ ਹੀ ਜੀਵਨ ਵਿੱਚ ਘਟਦੀਆਂ ਨੇ, ਜਿਨ੍ਹਾਂ ਤੋਂ ਪਛਾਣ ਹੁੰਦੀ ਹੈ ਕਿ ਇਹ ਬ੍ਰਹਮ ਨੂੰ ਜਾਣਨ ਵਾਲੇ ਨੇ। ਇਹਨਾਂ ਕੋਲ ਪਰਮਾਤਮਾ ਪਰਮੇਸ਼ਵਰ ਦੀ ਰਹਿਮਤ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਪਿੱਛੇ ਲੱਗਦੀਆਂ ਨੇ ਉਹਨਾਂ ਦੇ, ਨਾ ਕਿ ਉਹ ਇਹਨਾਂ ਦੇ ਪਿੱਛੇ ਲੱਗਦੇ ਨੇ। ਦੋ ਗੱਲਾਂ ਨੇ। ਇੱਕ ਤੇ ਉਹਨੇ ਜੋ ਰਿੱਧੀਆਂ ਤੇ ਸਿੱਧੀਆਂ ਦੇ ਪਿੱਛੇ ਲੱਗਦੇ ਨੇ, ਉਹ ਬ੍ਰਹਮ ਨੂੰ ਜਾਣਨ ਵਾਲੇ ਨਹੀਂ। ਉਹ ਤੇ ਰਿੱਧ ਸਿੱਧ ਦੇ ਪਿੱਛੇ ਲੱਗ ਕੇ, ਰਿੱਧੀਆਂ ਸਿੱਧੀਆਂ ਦੇ ਪਿੱਛੇ ਲੱਗ ਕਰਕੇ ਆਪਣੀ ਮੰਜ਼ਲੇ ਮਕਸੂਦ ਤੋਂ ਭਟਕ ਜਾਂਦੇ ਨੇ। ਪਰ ਜਿਹੜੇ ਬ੍ਰਹਮ ਦੇ ਪਿੱਛੇ ਤੁਰਦੇ ਨੇ, ਇਹ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਤੁਰਦੀਆਂ ਨੇ। ਬ੍ਰਹਮ ਗਿਆਨੀ ਦੀ ਪਛਾਣ ਹੀ ਹੈ, ਲਖਤਾ ਹੀ ਹੈ ਕਿ ਇਹ ਰਿੱਧੀਆਂ ਸਿੱਧੀਆਂ ਉਹਦਾ ਪਿੱਛਾ ਕਰਦੀਆਂ ਨੇ। ਬ੍ਰਹਮ ਗਿਆਨੀ ਤੇ ਇੱਕ ਸ਼ਬਦ ਦੀ ਲਿਵ ਅੰਦਰ ਜੁੜਿਆ ਰਹਿੰਦਾ। ਜੋ ਹਰ ਹਿਰਦੈ ਸਦਾ ਵਸਾਏ, ਜਿਹੜਾ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਉਹਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ। ਬਿਨ ਸਤਿਗੁਰ ਨਾਉ ਨਾ ਪਾਈਐ, ਬੂਝੋ ਕਰ ਵਿਚਾਰ। ਕਹਿੰਦੇ ਉਹ ਪਰਮਾਤਮਾ ਦਾ ਨਾਮ ਜਿਹੜਾ ਬ੍ਰਹਮ ਹੈ, ਜਿਸ ਨੂੰ ਜਾਣ ਕੇ ਬ੍ਰਹਮਪੁਣਾ ਕਾਇਮ ਰਹਿੰਦਾ ਹੈ, ਉਹਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਬਿਨ ਸਤਿਗੁਰ ਨਾਉ ਨਾ ਪਾਈਐ। ਵਾਹਿਗੁਰੂ ਪਰਮੇਸ਼ਵਰ ਤੋਂ ਦੇ ਸਰੂਪ ਸਤਿਗੁਰ ਤੋਂ ਬਿਨਾਂ ਉਸ ਪਰਮਾਤਮਾ ਦੇ ਨਾਮ ਨੂੰ ਪਾਇਆ ਨਹੀਂ ਜਾ ਸਕਦਾ। ਗੁਰੂ ਹੀ ਕਿਰਪਾ ਕਰਕੇ ਉਸ ਦਾ ਨਾਮ ਦਿੰਦਾ ਹੈ, ਗੁਰੂ ਹੀ ਕਿਰਪਾ ਕਰਕੇ ਉਸ ਦਾ ਸ਼ਬਦ ਦਿੰਦਾ ਹੈ, ਜਿਸ ਸ਼ਬਦ ਦੀ ਕਮਾਈ ਕਰਕੇ ਬ੍ਰਹਮ ਨੂੰ ਜਾਣਿਆ ਜਾਂਦਾ। ਬੂਝੋ ਕਰ ਵਿਚਾਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਹ ਵਿਚਾਰ ਕਰ ਲਓ, ਵਿਚਾਰ ਕਰਕੇ ਜਾਣ ਲਵੋ ਕਿ ਸਤਿਗੁਰ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਬ੍ਰਹਮ ਦੀ ਸੋਝੀ ਨਹੀਂ ਹੋ ਸਕਦੀ। ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਫਿਰ ਕਹਿੰਦੇ ਗੁਰੂ ਜਿਹੜਾ ਹੈ ਉਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰ ਦੀ ਪ੍ਰਾਪਤੀ ਵੱਡਿਆਂ ਭਾਗਾਂ ਨਾਲ, ਪੂਰਬਲੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਜਿਸ ਨੂੰ ਗੁਰੂ ਮਿਲ ਗਿਆ, ਸਮਝ ਲੈਣਾ ਉਸ ਨੂੰ ਬ੍ਰਹਮ ਮਿਲ ਗਿਆ। ਗੁਰੂ ਦਾ ਮਿਲਣਾ ਭਾਵ ਹੀ ਹੈ, ਅਸੀਂ ਕਹਾਂਗੇ ਅਸੀਂ ਤਾਂ ਰੋਜ਼ ਗੁਰੂ ਨੂੰ ਮਿਲਦੇ ਹਾਂ, ਰੋਜ਼ ਆ ਕਰਕੇ ਗੁਰੂ ਦਾ ਦੀਦਾਰ ਕਰਦੇ ਹਾਂ, ਰੋਜ਼ ਆ ਕਰਕੇ ਗੁਰੂ ਦੇ ਦਰਸ਼ਨ ਕਰਦੇ ਹਾਂ। ਬੜੀ ਚੰਗੀ ਗੱਲ ਹੈ। ਇਹਨਾਂ ਰੋਜ਼ ਦਰਸ਼ਨ ਕਰਨਾ, ਰੋਜ਼ ਗੁਰੂ ਦੇ ਦਰਸ਼ਨਾਂ ਨੂੰ ਆਉਣਾ,
ਇਹਨਾਂ ਗੱਲਾਂ ਤੋਂ ਹੀ, ਇਸ ਕਰਮ ਤੋਂ ਹੀ ਇੱਕ ਦਿਨ ਉਹ ਭਾਗ ਬਣਨਾ ਕਿ ਸਾਡੇ ਅੰਤਰ ਆਤਮਾ ਨੂੰ ਵੀ ਗੁਰੂ ਮਿਲ ਪੈਣਾ। ਅਜੇ ਅਸੀਂ ਸਰੀਰ ਕਰਕੇ ਆਉਂਦੇ ਹਾਂ, ਥੋੜਾ ਥੋੜਾ ਕਦੀ ਮਨ ਵੀ ਆ ਜਾਂਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਰੀਰ ਕਰਕੇ ਵੀ ਆਉਣਾ ਬੰਦ ਕਰ ਦਈਏ। ਵੀ ਜਿਹੜੇ ਮਿਲਾਪ ਦੀ ਗੱਲ ਗੁਰੂ ਜੀ ਕਹਿੰਦੇ ਨੇ ਉਹ ਸਰੀਰ ਕਰਕੇ ਨਹੀਂ, ਉਹ ਤੇ ਆਤਮਾ ਕਰਕੇ ਹੁੰਦਾ, ਉਹ ਮਨ ਕਰਕੇ ਹੁੰਦਾ ਹੈ। ਪਰ ਉਹਦੀ ਪਹਿਲੀ ਸ਼ਰਤ ਇਹ ਹੈ ਕਿ ਪਹਿਲਾਂ ਤੁਹਾਨੂੰ ਸਰੀਰਕ ਤੌਰ ਤੇ ਕਰਮ ਕਰਨਾ ਪਏਗਾ, ਨਿਤ ਦਾ ਨੇਮ ਬਣਾਉਣਾ ਪਏਗਾ ਕਿ ਗੁਰੂ ਦੇ ਦਰ ਤੇ ਆਉਣਾ ਪਏਗਾ, ਗੁਰੂ ਦੇ ਦਰਸ਼ਨਾਂ ਨੂੰ ਆਉਣਾ ਪਏਗਾ। ਫਿਰ ਇਸੇ ਕਰਮ ਦੇ ਵਿੱਚੋਂ ਉਹ ਕਰਮ ਪੈਦਾ ਹੋਏਗਾ ਜੋ ਸਾਡੇ ਵੱਸ ਨਹੀਂ, ਉਹ ਗੁਰੂ ਦੇ ਵੱਸ ਹੈ। ਇਹ ਜਿਸ ਦਿਨ ਭਾਗ ਜਾਗ ਗਏ, ਸਾਡੇ ਵੱਸ ਤਾਂ ਇਹ ਹੈ ਕਿ ਜਿਤਨਾ ਕੁ ਅਸੀਂ ਕਰ ਸਕਦੇ ਹਾਂ, ਅਸੀਂ ਸਰੀਰਕ ਤੌਰ ਤੇ ਕਰ ਸਕਦੇ ਹਾਂ, ਮਨ ਨੂੰ ਵਾਰ-ਵਾਰ ਹੋੜ ਸਕਦੇ ਹਾਂ ਵੀ ਗੁਰੂ ਵਾਲੇ ਪਾਸੇ ਲੱਗ ਜਾਏ, ਗੁਰੂ ਵਾਲਾ ਬਣ ਜਾਏ। ਪਰ ਜਿਸ ਦਿਨ ਭਾਗ ਬਣ ਗਏ, ਗੁਰੂ ਤਰੁੱਠ ਪਿਆ, ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਉਸ ਦਿਨ ਗੁਰੂ ਸੱਚੀ ਮਿਲ ਪਏਗਾ, ਉਸ ਦਿਨ ਗੁਰੂ ਦਾ ਪੂਰਨ ਮਿਲਾਪ ਹੋ ਜਾਏਗਾ। ਸੁਖ ਪਾਏ ਜੁਗ ਚਾਰ, ਚਾਰ ਜੁਗ ਉਸ ਨੂੰ ਸੁਖ ਮਿਲੇਗਾ। ਭਾਵ ਉਸ ਵਡਭਾਗੇ ਪੁਰਖ ਲਈ ਫਿਰ ਸਦੀਵੀ ਸੁਖ ਹੋ ਜਾਏਗਾ, ਆਨੰਦ ਹੋ ਜਾਏਗਾ, ਜਿਸ ਨੂੰ ਗੁਰੂ ਦਾ ਮਿਲਾਪ ਹੋ ਗਿਆ। ਦੂਸਰਾ ਸ਼ਲੋਕ ਮਹੱਲਾ ਤੀਜਾ, ਉਹ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਪਹਿਲੇ ਸ਼ਲੋਕ ਅੰਦਰ ਬ੍ਰਹਮ ਨੂੰ ਜਾਣਨ ਵਾਲੇ ਦੀ ਗੱਲ ਕੀਤੀ, ਦੂਸਰੇ ਸ਼ਲੋਕ ਵਿੱਚ ਸਤਿਗੁਰੂ ਜੀ ਮਨਮੁਖ ਦੀ ਗੱਲ ਕਰਦੇ ਨੇ। ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਕਹਿੰਦੇ ਮਨਮੁਖ ਜਿਹੜਾ ਇਨਸਾਨ ਹੈ ਨਾ, ਕੀ ਹੋਇਆ ਭਾਵੇਂ ਉਹ ਗੱਭਰੂ ਹੋਵੇ ਤੇ ਭਾਵੇਂ ਉਹ ਬਿਰਧ ਹੋਵੇ, ਮਨਮੁਖ ਸਰੀਰ ਦੀ ਉਮਰ ਨਹੀਂ ਦੇਖਦਾ, ਨਾ ਮਨਮੁਖਤਾ ਸਰੀਰ ਦੀ ਉਮਰ ਦੇਖਦੀ ਹੈ ਤੇ ਨਾ ਗੁਰਮੁਖਤਾਈ ਸਰੀਰਿਕ ਉਮਰ ਦੀ ਮੁਹਤਾਜ ਹੈ। ਗੁਰਮੁਖ ਜਨਮ ਤੋਂ ਹੀ ਜੀਵ ਬਣ ਸਕਦਾ, ਗੁਰਮੁਖ ਗੱਭਰੂ ਹੋ ਕੇ ਵੀ ਜੀਵ ਬਣ ਜਾਂਦਾ ਹੈ ਤੇ ਬੁਢੇਪੇ ਵਿੱਚ ਆ ਕਰਕੇ ਵੀ ਗੁਰਮੁਖਤਾਈ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਨਾਂ ਗੁਣਾਂ ਨੂੰ ਸਰੀਰ ਦੀ ਉਮਰ ਦੀ ਮੁਹਤਾਜੀ ਨਹੀਂ ਤੇ ਔਗੁਣਾਂ ਨੂੰ ਵੀ ਸਰੀਰ ਦੀ ਮੁਹਤਾਜੀ ਨਹੀਂ। ਜੇ ਗੁਣ ਨੂੰ ਸਰੀਰ ਦੀ ਮੁਹਤਾਜੀ ਨਹੀਂ ਤੇ ਔਗੁਣ ਨੂੰ ਵੀ ਸਰੀਰ ਦੀ ਮੁਹਤਾਜੀ ਨਹੀਂ। ਕੋਈ ਵੀ ਗੁਣ ਕਿਸੇ ਵੀ ਉਮਰ ਵਿੱਚ ਮਨੁੱਖ ਧਾਰਨ ਕਰ ਸਕਦਾ ਹੈ ਤੇ ਕੋਈ ਵੀ ਔਗੁਣ ਕਿਸੇ ਵੀ ਉਮਰ ਦੇ ਵਿੱਚ ਮਨੁੱਖ ਧਾਰਨ ਕਰ ਲੈਂਦਾ ਹੈ। ਗੁਰਦੇਵ ਪਿਤਾ ਮਹਾਰਾਜ ਜੀ ਆਖਦੇ, ਜੇ ਕੋਈ ਮਨਮੁਖ ਹੈ, ਮਨਮੁਖ ਨੇ ਤੇ ਮਨਮੁਖਤਾ ਕਮਾਉਣੀ ਹੈ, ਉਹਦੇ ਲਈ ਉਮਰ ਦੀ ਕੋਈ ਮੁਹਤਾਜੀ ਨਹੀਂ, ਉਮਰ ਦੀ ਕੋਈ ਲੱਜਾ ਨਹੀਂ। ਭਾਵੇਂ ਗੱਭਰੂ ਹੋਵੇ ਤੇ ਭਾਵੇਂ ਬਿਰਧ ਤੋਂ ਭਾਵ ਬੜੇਪੇ ਵਿੱਚ ਹੋਵੇ, ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਦੀ ਤ੍ਰਿਸ਼ਨਾ ਦੀ ਭੁੱਖ ਮਰਦੀ ਹੀ ਨਹੀਂ। ਉਹ ਬਿਰਧ ਅਵਸਥਾ ਵਿੱਚ ਹੈ ਤਾਂ ਵੀ ਤ੍ਰਿਸ਼ਨਾਲੂ ਹੋਏਗਾ ਤੇ ਜੋਬਨ ਅਵਸਥਾ ਤੇ ਮੰਨੀ ਹੀ ਤ੍ਰਿਸ਼ਨਾਲੂ ਜਾਂਦੀ ਹੈ। ਕਹਿੰਦੇ ਜੋਬਨ ਅਵਸਥਾ ਵਿੱਚ ਤਾਂ ਉਹ ਹੋਏਗਾ ਹੀ ਤ੍ਰਿਸ਼ਨਾਲੂ, ਪਰ ਜੇ ਕਿਤੇ ਉਹ ਬਿਰਧ ਅਵਸਥਾ ਵਿੱਚ ਵੀ ਚਲਾ ਗਿਆ, ਭਾਵੇਂ ਕਿ ਹੁਣ ਉਹਦੇ ਗਿਆਨ ਇੰਦਰੇ ਕਰਮ ਨਹੀਂ ਕਰਦੇ ਚੰਗੀ ਤਰ੍ਹਾਂ, ਪਰ ਉਹਦੇ ਅੰਦਰ ਬੈਠੀ ਹੋਈ ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਵਾਰ-ਵਾਰ ਉਹਨੂੰ ਪ੍ਰੇਰਦੀ ਹੈ, ਵਾਰ-ਵਾਰ ਉਹਨੂੰ ਖਿੱਚਦੀ ਹੈ ਵਿਕਾਰਾਂ ਵਾਲੇ ਪਾਸੇ। ਭਰਥਰ ਹਰੀ ਜੋਗੀ ਹੋਏ ਨੇ, ਉਹਨਾਂ ਨੇ ਆਪਣਾ ਇੱਕ ਗ੍ਰੰਥ ਲਿਖਿਆ ਵੈਰਾਗ ਸ਼ਤਕ। ਵੈਰਾਗ ਸ਼ਤਕ ਗ੍ਰੰਥ ਦੇ ਅੰਦਰ ਉਹਨਾਂ ਦਾ ਇੱਕ ਸ਼ਲੋਕ ਆਉਂਦਾ ਹੈ, ਜਿਸ ਵਿੱਚ ਉਹਨਾਂ ਨੇ ਤ੍ਰਿਸ਼ਨਾ ਦੀ ਗੱਲ ਕੀਤੀ, ਬੁਢੇਪੇ ਵਿੱਚ ਦੀ ਹਾਲਤ ਨੂੰ ਬਿਆਨ ਕੀਤਾ। ਕਹਿੰਦੇ ਮਨਮੁਖ ਨੂੰ ਬਿਰਧ ਅਵਸਥਾ ਵੀ ਆ ਜਾਂਦੀ ਹੈ, ਉਹਦੇ ਨੇਤਰ ਵੀ ਜਵਾਬ ਦੇਣੇ ਸ਼ੁਰੂ ਕਰ ਦਿੰਦੇ ਨੇ, ਉਹਦੇ ਕੰਨ ਵੀ ਜਿਹੜੇ ਨੇ ਉਹ ਵੀ ਸੁਣਨਾ ਬੰਦ ਕਰ ਦਿੰਦੇ ਨੇ, ਆਵਾਜ਼ ਵੀ ਲੜਖੜਾਉਣ ਲੱਗ ਜਾਂਦੀ ਹੈ, ਉਹਦੇ ਸਾਰੇ ਰਸਾਂ ਵਾਲੇ ਇੰਦਰੇ ਆਪਣੇ ਕਰਮ ਦੇ ਤੌਰ ਤੇ ਮੱਧਮ ਪੈ ਜਾਂਦੇ ਨੇ। ਪਰ ਕਹਿੰਦੇ ਜਿਹੜੀ ਅੰਦਰ ਤ੍ਰਿਸ਼ਨਾ ਬੈਠੀ ਉਹਨਾਂ ਨੂੰ ਪ੍ਰੇਰਦੀ ਹੈ ਨਾ, ਭਾਵੇਂ ਮਨੁੱਖ ਬਜ਼ੁਰਗ ਅਵਸਥਾ ਵਿੱਚ ਆ ਜਾਏ, ਮਰਨ ਕਿਨਾਰੇ ਪਿਆ ਹੋਵੇ, ਸਾਰੇ ਇੰਦਰੇ ਵੀ ਮਨੁੱਖ ਦਾ ਸਾਥ ਛੱਡ ਦਿੰਦੇ ਨੇ, ਪਰ ਇਹ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਅਖੀਰ ਤੱਕ ਬੰਦੇ ਦੇ ਅੰਦਰ ਪ੍ਰਬਲ ਹੀ ਰਹਿੰਦੀ ਹੈ, ਜਿੰਨਾ ਚਿਰ ਇਹਦੇ ਤੇ ਗੁਰੂ ਦੀ ਕਿਰਪਾ ਨਾ ਹੋਏ। ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਕਹਿੰਦੇ ਤ੍ਰਿਸ਼ਨਾਲੂ ਬੰਦੇ ਦੀ ਭੁੱਖ ਕਦੀ ਮਰਦੀ ਨਹੀਂ, ਕਿਉਂਕਿ ਉਹਨੇ ਮਨਮੁਖਤਾ ਕਮਾਈ, ਉਹ ਆਪਣੇ ਮਨ ਦੇ ਪਿੱਛੇ ਤੁਰਦਾ। ਜੇ ਕਿਤੇ ਗੁਰਮੁਖਤਾਈ ਕਮਾਉਂਦਾ ਤੇ ਭਾਵੇਂ ਕਿਸੇ ਵੀ ਆਰਬਲਾ ਵਿੱਚ ਹੁੰਦਾ, ਕਿਸੇ ਵੀ ਉਮਰ ਵਿੱਚ ਹੁੰਦਾ, ਉਹਨੂੰ ਤ੍ਰਿਸ਼ਨਾ ਦੀ ਭੁੱਖ ਸਤਾਉਂਦੀ ਨਾ।
ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ ਆਪ ਗਵਾਏ। ਜੋ ਗੁਰਮੁਖ ਨੇ, ਜੋ ਗੁਰੂ ਦੇ ਰਾਹੀਂ ਸ਼ਬਦ ਦੀ ਕਮਾਈ ਕਰਕੇ ਜੀਵਨ ਨੂੰ ਉਹਦੇ ਵਿੱਚ ਹੀ ਰੰਗ ਲੈਂਦੇ ਨੇ, ਸੀਤਲ ਹੋਏ, ਉਹ ਠੰਡੇ ਹੋ ਗਏ। ਉਹਨਾਂ ਦੀ ਅੰਤਰ ਆਤਮਾ ਦੇ ਵਿੱਚ ਠੰਡਕ ਪੈਦਾ ਹੋ ਗਈ, ਉਹਨਾਂ ਦੀ ਅੰਤਰ ਆਤਮਾ ਵਿੱਚ ਟਿਕਾਅ ਬਣ ਗਿਆ। ਆਪ ਗਵਾਏ, ਕਿਉਂਕਿ ਉਹਨਾਂ ਨੇ ਆਪਾ ਗਵਾ ਦਿੱਤਾ, ਆਪਾ ਮਾਰ ਦਿੱਤਾ। ਜਿੰਨੀਆਂ ਪਰੇਸ਼ਾਨੀਆਂ ਨੇ, ਜਿੰਨੇ ਦੁੱਖ ਨੇ, ਜਿੰਨੇ ਸੰਕਟ ਨੇ, ਜਿੰਨੀਆਂ ਮੁਸੀਬਤਾਂ ਨੇ, ਉਹ ਓਨੀਆਂ ਹੀ ਸਾਨੂੰ ਵੱਡੇ ਪੱਧਰ 'ਤੇ ਵਿਆਪਦੀਆਂ ਨੇ ਉਦੋਂ ਜਦੋਂ ਮਨੁੱਖ ਆਪਣੀ ਮੈਂ ਨੂੰ ਵੱਡਾ ਕਰ ਲੈਂਦਾ। ਜਿੱਡੀ ਮੈਂ ਵੱਡੀ ਹੋਏਗੀ ਉਹਨੇ ਸਾਡੇ 'ਤੇ ਦੁੱਖ ਅਤੇ ਮੁਸੀਬਤਾਂ ਸੰਕਟ ਵੱਡੇ ਹੋ ਜਾਣਗੇ। ਜੇ ਮੈਂ ਹੀ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਦੇਖੋ ਸਰੀਰ ਦਾ ਧਰਮ ਹੈ, ਇਹਦੇ 'ਤੇ ਦੁੱਖ ਅਤੇ ਸੁੱਖ ਵਿਆਪਣੇ ਨੇ। ਕਿਸੇ ਦਾ ਵੀ ਸਰੀਰ ਹੈ, ਭਾਵੇਂ ਉਹ ਇੱਕ ਸਧਾਰਨ ਬੰਦੇ ਦਾ ਸਰੀਰ ਹੈ ਅਤੇ ਭਾਵੇਂ ਉਹ ਗੁਰਮੁਖ ਦਾ ਸਰੀਰ ਹੈ, ਭਾਵੇਂ ਉਹ ਸੰਤ ਮਹਾਤਮਾ ਦਾ ਸਰੀਰ ਹੈ। ਇੱਥੋਂ ਤੱਕ ਸੰਸਾਰ ਗਵਾਹੀ ਭਰਦਾ ਹੈ, ਪੀਰਾਂ, ਪੈਗੰਬਰਾਂ, ਅਵਤਾਰਾਂ, ਰਿਸ਼ੀਆਂ, ਮੁਨੀਆਂ, ਗੁਰੂ ਜਨਾਂ ਦੇ ਸਰੀਰਾਂ 'ਤੇ ਵੀ ਕਸ਼ਟ ਆਏ, ਪਰ ਉਹਨਾਂ ਦੇ ਕਸ਼ਟ ਸਾਡੇ ਵਰਗੇ ਨਹੀਂ, ਕਿਉਂਕਿ ਸਾਡੀ ਮੈਂ ਵੱਡੀ ਹੈ। ਇਸ ਕਰਕੇ ਸਰੀਰ 'ਤੇ ਵਿਆਪਦਾ ਹੋਇਆ ਕਸ਼ਟ ਸਾਡੇ ਲਈ ਬਹੁਤ ਸਾਨੂੰ ਦੁਖੀ ਅਤੇ ਆਤੁਰ ਕਰ ਦਿੰਦਾ ਹੈ। ਪਰ ਰੱਬ ਨਾਲ ਜੁੜੇ ਹੋਏ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ, ਉਹਨਾਂ ਦੇ ਸਰੀਰਾਂ 'ਤੇ ਕਸ਼ਟ 'ਤੇ ਵਿਆਪਦਾ ਹੈ, ਦੁੱਖ 'ਤੇ ਆਉਂਦਾ ਹੈ, ਪਰ ਉਹ ਇਸ ਦੁੱਖ ਦੀ ਪਰਵਾਹ ਨਹੀਂ ਕਰਦੇ। ਦੁੱਖ ਉਹਨਾਂ ਦੀ ਸਰੀਰਕ ਪਰਤ 'ਤੇ ਹੀ ਰਹਿੰਦਾ ਹੈ, ਉਹਨਾਂ ਦੇ ਮਨ ਆਤਮਾ ਨੂੰ ਛੂਹ ਨਹੀਂ ਸਕਦਾ। ਇਸ ਕਰਕੇ ਦੁੱਖ ਦੇ ਹੁੰਦਿਆਂ ਵੀ ਉਹ ਦੁਖੀ ਨਹੀਂ ਹੁੰਦੇ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਮੈਂ ਮਾਰ ਦਿੱਤੀ ਹੈ, ਆਪਣਾ ਆਪਾ ਗਵਾ ਦਿੱਤਾ ਹੈ। ਉਹ ਤਾਂ ਪਰਮਾਤਮਾ ਨਾਲ ਇੱਕ ਮਿਕ ਨੇ। ਇਸ ਕਰਕੇ ਦੁੱਖ ਸਰੀਰ 'ਤੇ ਆਉਂਦੇ ਨੇ, ਇੱਥੇ ਆ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਤਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਬਚਨ ਕੀਤੇ ਨਾ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ। ਇਹ ਨਹੀਂ ਕਿਹਾ ਵੀ ਦੁੱਖ ਆਉਂਦਾ ਹੀ ਨਹੀਂ, ਕਹਿੰਦੇ ਦੁੱਖ ਹੈ, ਦੁੱਖ ਮੈਂ ਤੋਂ ਭਾਵ ਕੀ ਹੈ ਵੀ ਦੁੱਖ ਤੇ ਹੈ, ਪਰ ਨਹਿ ਮਾਨੈ, ਉਹ ਮੰਨਦਾ ਨਹੀਂ। ਮੰਨਦਾ ਕਿਉਂ ਨਹੀਂ? ਕਿਉਂਕਿ ਉਹਦੀ ਮੰਨਣ ਵਾਲੀ ਜਿਹੜੀ ਮੈਂ ਹੈ ਉਹ ਵੱਡੀ ਮੈਂ ਵਿੱਚ ਅਲੋਪ ਹੋ ਗਈ ਹੈ, ਬ੍ਰਹਮ ਵਿੱਚ ਅਲੋਪ ਹੋ ਗਈ ਹੈ, ਬ੍ਰਹਮ ਵਿੱਚ ਸਮਾ ਗਈ ਹੈ। ਇਸ ਕਰਕੇ ਹੁਣ ਉਹਦਾ ਕੋਈ ਆਪਣਾ ਦੁੱਖ ਨਹੀਂ ਰਹਿ ਗਿਆ। ਉਹ ਸਾਰਿਆਂ ਨੂੰ ਦੁਖੀ ਵੇਖ ਕੇ ਆਪ ਦੁਖੀ ਹੋ ਜਾਂਦਾ ਹੈ, ਕਿਉਂਕਿ ਉਹਨੇ ਸਾਰਿਆਂ ਦੇ ਦੁੱਖ ਨੂੰ ਹੀ ਆਪਣਾ ਸਮਝ ਲਿਆ। ਰੱਬ ਦੇ ਪਿਆਰੇ, ਮਹਾਤਮਾ ਜਨ, ਪਰਮੇਸ਼ਵਰ ਦੇ ਪਿਆਰੇ, ਆਪਣੇ ਸਰੀਰ 'ਤੇ ਭਾਵੇਂ ਕਿੱਡਾ ਵੀ ਦੁੱਖ ਹੋਵੇ, ਉਹਨਾਂ ਨੂੰ ਤੁਸੀਂ ਦੁਖੀ ਨਹੀਂ ਦੇਖੋਗੇ। ਪਰ ਜੇ ਕਿਤੇ ਸੰਸਾਰ ਦਾ ਦੁੱਖ ਦੇਖਣਗੇ, ਸੰਸਾਰ ਦੇ ਜੀਵਾਂ ਨੂੰ ਦੁਖੀ ਦੇਖਣਗੇ, ਉਹਨਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝ ਕੇ ਦੁਖੀ ਹੋ ਜਾਣਗੇ। ਉਹਨਾਂ ਦੇ ਦੁੱਖਾਂ ਦੀ ਨਿਵਰਤੀ ਲਈ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਨਗੇ, ਕਿਉਂਕਿ ਇਹ ਸੰਤ ਦਾ ਗੁਣ ਹੈ, ਇਹ ਸੰਤ ਦਾ ਸੁਭਾਅ ਹੈ ਕਿ ਆਪਣੇ ਤਨ 'ਤੇ ਲੱਗਾ ਹੋਵੇ ਦੁੱਖ, ਉਸ ਨੂੰ ਦੁੱਖ ਨਹੀਂ ਮੰਨਦਾ। ਪਰਾਏ ਤਨ ਦੇ ਨਿੱਕੇ ਤੋਂ ਨਿੱਕੇ ਦੁੱਖ ਨੂੰ ਵੀ ਆਪਣਾ ਦੁੱਖ ਸਮਝ ਕੇ ਦੁਖੀ ਹੁੰਦਾ ਹੈ। ਸੰਸਾਰ ਦਾ ਸੁਭਾਅ ਕੀ ਹੈ ਕਿ ਜੇ ਸੰਸਾਰ ਦੇ ਵਿੱਚ ਦੂਜੇ ਲੋਕ ਸੁਖੀ ਨੇ, ਉਹਨਾਂ ਦਾ ਸੁੱਖ ਮੇਰਾ ਦੁੱਖ ਬਣ ਜਾਂਦਾ ਹੈ। ਮੇਰਾ ਸੁੱਖ ਤੇ ਮੇਰਾ ਸੁੱਖ ਹੈ ਹੀ, ਪਰ ਸੰਸਾਰ ਦੇ ਮਨੁੱਖ ਦਾ ਸੁਭਾਅ ਹੈ ਦੁਨੀਆ ਦੇ ਸੁੱਖਾਂ ਨੂੰ ਵੇਖ ਕਰਕੇ ਵੀ ਮੈਂ ਦੁਖੀ ਹੋ ਜਾਣਾ, ਵੀ ਫਲਾਣੇ ਕੋਲ ਇੰਨੇ ਸੁੱਖ ਨੇ, ਇਹ ਵੀ ਮੇਰੇ ਲਈ ਦੁੱਖ ਦਾ ਕਾਰਨ ਬਣ ਗਏ। ਇਹ ਸੰਸਾਰ ਦਾ ਸੁਭਾਅ ਹੈ। ਸੰਤ ਦਾ ਸੁਭਾਅ ਕੀ ਹੈ? ਗੁਰਮੁਖ ਦਾ ਸੁਭਾਅ ਕੀ ਹੈ? ਉਹਦਾ ਸੁਭਾਅ ਹੈ ਸੰਸਾਰ ਦੇ ਦੁੱਖਾਂ ਨੂੰ ਵੇਖ ਕਰਕੇ, ਆਮ ਜਨ ਸਧਾਰਨ ਦੇ ਦੁੱਖ ਵੇਖ ਕਰਕੇ ਵੀ ਉਹ ਦੁਖੀ ਹੋ ਜਾਂਦਾ ਹੈ, ਪੁਕਾਰਾਂ ਕਰਦਾ ਫਿਰ ਪਰਮਾਤਮਾ ਅੱਗੇ, ਦਾਤਾ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਪਰਮਾਤਮਾ ਸੜਦਾ ਪਿਆ, ਕਰੁੱਝਦਾ ਪਿਆ ਵਿਕਾਰਾਂ ਵਿੱਚ ਸੰਸਾਰ, ਤੂੰ ਆਪਣੀ ਕਿਰਪਾ ਕਰਕੇ ਇਸ ਨੂੰ ਉਭਾਰ ਲੈ। ਜਿਹਦੇ ਅੰਦਰ ਗੁਰਮੁਖ ਦੇ ਅੰਦਰ ਸ਼ਬਦ ਵਸ ਗਿਆ ਹੈ, ਆਪ ਗਵਾਏ, ਸੀਤਲ ਹੋਏ ਆਪ ਗਵਾਏ, ਉਹ ਅੰਦਰੋਂ ਸ਼ੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ, ਆਪਣੀ ਮੈਂ ਨੂੰ ਮਾਰ ਦਿੰਦਾ ਹੈ। ਅੰਦਰ ਤ੍ਰਿਪਤ ਸੰਤੋਖਿਆ, ਉਹਦਾ ਅੰਦਰ ਤ੍ਰਿਪਤ ਹੋ ਜਾਂਦਾ। ਤ੍ਰਿਪਤ ਤੋਂ ਭਾਵ ਹੈ ਰੱਜ ਜਾਣਾ, ਸੰਤੋਖਿਆ ਸੰਤੋਖ ਆ ਜਾਣਾ। ਫਿਰ ਭੁੱਖ ਨਾ ਲੱਗੇ ਆਏ, ਉਸ ਨੂੰ ਫਿਰ ਕਿਸੇ ਤਰ੍ਹਾਂ ਦੀ ਸੰਸਾਰਿਕ ਵਸਤੂਆਂ ਦੀ ਭੁੱਖ ਨਹੀਂ ਰਹਿੰਦੀ, ਕਿਸੇ ਤਰ੍ਹਾਂ ਦੀ ਭੁੱਖ ਵਿਆਪਦੀ ਨਹੀਂ। ਸਰੀਰ ਸਭ ਨੂੰ ਮਿਲਿਆ ਤੇ ਸਰੀਰ ਦੇ ਕਰਮ ਧਰਮ ਸਭ ਦੇ ਨੇ। ਹਰ ਇੱਕ ਨੂੰ ਸਰੀਰਿਕ ਭੁੱਖ ਲੱਗਦੀ ਹੈ, ਵਿਆਪਦੀ ਹੈ,
ਪਰ ਮਨਮੁਖ ਦੀ ਭੁੱਖ ਜਿਹੜੀ ਹੈ ਉਹ ਤ੍ਰਿਸ਼ਨਾ ਦੀ ਭੁੱਖ ਵਿੱਚ ਹੈ। ਉਹ ਥੋੜੀ ਵੀ ਵਿਆਪਦੀ ਹੈ, ਉਹ ਬਹੁਤੀ ਬਣਾ ਦਿੰਦਾ ਹੈ। ਰੱਬ ਦੇ ਪਿਆਰੇ ਗੁਣੀ ਜਨ, ਭਾਵਾਂ ਕਿ ਸਰੀਰਕ ਲੋੜਾਂ ਉਹਨਾਂ ਦੀਆਂ ਵੀ ਹੁੰਦੀਆਂ ਨੇ, ਸਰੀਰ ਦੀਆਂ ਲੋੜਾਂ ਉਹ ਵੀ ਪੂਰੀਆਂ ਕਰਦੇ ਨੇ, ਪਰ ਉਹਨਾਂ ਵਿੱਚ ਤ੍ਰਿਸ਼ਨਾ ਨਹੀਂ, ਉਹਨਾਂ ਵਿੱਚ ਹਵਸ ਨਹੀਂ, ਉਹਨਾਂ ਵਿੱਚ ਭੁੱਖ ਨਹੀਂ। ਉਹ ਸੰਤੋਖੇ ਹੋਏ ਨੇ, ਤ੍ਰਿਪਤ ਨੇ। ਸਹਿ ਸੁਭਾਵਿਕ ਹੀ ਸੰਸਾਰਿਕ ਲੋੜਾਂ ਜਿੰਨੀਆਂ ਕੁ ਉਹਨਾਂ ਨੂੰ ਮਿਲਦੀਆਂ ਨੇ, ਉਹਨਾਂ ਵਿੱਚ ਹੀ ਉਹ ਸੁੱਖ ਤੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਲੈਂਦੇ ਨੇ। ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਐਸਾ ਗੁਰਮੁਖ ਫਿਰ ਜੋ ਵੀ ਕਰਦਾ ਨਾ, ਉਹਦਾ ਕੀਤਾ ਹੋਇਆ ਸਭੋ ਕਾਰਜ ਪ੍ਰਵਾਨ ਹੈ, ਕਿਉਂਕਿ ਉਹਦੇ ਅੰਦਰ ਗੁਰਮੁਖਤਾ ਹੈ, ਉਹਦੇ ਅੰਦਰ ਸ਼ਬਦ ਹੈ, ਉਹਦੇ ਅੰਦਰ ਗਿਆਨ ਹੈ ਪਰਮਾਤਮਾ ਦਾ। ਉਹ ਜੋ ਵੀ ਕਰਦੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ, ਜਿਨ੍ਹਾਂ ਦੀ ਨਾਮ ਨਾਲ ਲਿਵ ਲੱਗੀ ਹੋਈ ਹੈ। ਪੌੜੀ ਹਉ ਬਲਿਹਾਰੀ ਤਿਨ ਕਉ, ਜੋ ਗੁਰਮੁਖ ਸਿਖਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਪੌੜੀ ਉਚਾਰਨ ਕੀਤੀ ਹੈ। ਗੁਰਦੇਵ ਜੀ ਕਿਰਪਾ ਕਰਦੇ, ਮੈਂ ਉਹਨਾਂ ਤੋਂ ਵਾਰੇ ਜਾਵਾਂ, ਬਲਿਹਾਰੇ ਜਾਵਾਂ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਗੁਰਸਿੱਖੀ ਕਮਾਈ ਹੈ, ਜਿਨ੍ਹਾਂ ਨੇ ਕੁਝ ਗੁਰੂ ਪਾਸੋਂ ਸਿੱਖਿਆ, ਜੋ ਗੁਰੂ ਵਾਲੇ ਹੀ ਬਣ ਗਏ। ਜੋ ਹਰ ਨਾਮ ਧਿਆਏਂਦੇ ਤਿਨ ਦਰਸ਼ਨ ਪਿੱਖਾਂ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਐ ਸਤਿਗੁਰੂ, ਐ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ, ਮੈਨੂੰ ਉਹਨਾਂ ਦੇ ਦਰਸ਼ਨ ਮਾਤਰ ਹੀ ਮਿਲ ਜਾਣ, ਮੈਂ ਉਹਨਾਂ ਦੇ ਦਰਸ਼ਨਾਂ ਨਾਲ ਹੀ ਤਰ ਜਾਵਾਂਗਾ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ। ਮੈਂ ਤੇਰਾ ਕੀਰਤਨ ਸੁਣ ਕੇ, ਤੇਰੀ ਕੀਰਤੀ ਸੁਣ ਕੇ ਹਰ ਗੁਣ ਰਵਾ, ਰਵਾ ਦਾ ਭਾਵ ਹੁੰਦਾ ਹੈ ਜਪਣਾ, ਆਰਾਧਨਾ। ਦਾਤਾ ਜੀ ਮੈਂ ਤੇਰੀ ਕੀਰਤੀ ਪਹਿਲਾਂ ਸੁਣਾ, ਤੇ ਸੁਣਨ ਤੋਂ ਬਾਅਦ ਆਪਣੀ ਰਸਨਾ ਰਾਹੀਂ ਉਸ ਕੀਰਤੀ ਨੂੰ ਕਰਾਂ, ਕਿਉਂਕਿ ਜਿੰਨਾ ਚਿਰ ਸੁਣਿਆ ਨਹੀਂ ਜਾਂਦਾ ਉਹਨਾਂ ਚਿਰ ਕਹਿਆ ਨਹੀਂ ਜਾਂਦਾ। ਸੁਣਨਾ ਬਹੁਤ ਜ਼ਰੂਰੀ ਹੈ। ਆਖਦੇ ਪਹਿਲਾਂ ਮੈਂ ਸੁਣਾ ਰੱਜ ਕੇ ਤੇਰੀ ਕੀਰਤੀ, ਜਦੋਂ ਮੈਂ ਸੁਣ ਲਵਾਂ, ਮੈਨੂੰ ਸੁਣਨਾ ਆ ਜਾਏ, ਫਿਰ ਮੈਂ ਕਥਾ ਤੇਰੀ ਕੀਰਤੀ ਨੂੰ। ਜਿੰਨਾ ਚਿਰ ਸੁਣਨਾ ਹੀ ਠੀਕ ਤਰ੍ਹਾਂ ਨਹੀਂ ਆ ਸਕਦਾ, ਉਹਨਾਂ ਚਿਰ ਕਥਿਆ ਵੀ ਠੀਕ ਤਰ੍ਹਾਂ ਨਹੀਂ ਜਾ ਸਕਦਾ। ਇਸ ਕਰਕੇ ਸੁਣਨਾ ਜ਼ਰੂਰੀ ਹੈ। ਤਾਂ ਹੀ ਤਾਂ ਵਿਦਵਾਨਾਂ ਨੇ ਬਚਨ ਵੀ ਕਹੇ ਕਿ ਰੱਬ ਨੇ ਕੰਨ ਦੋ ਦਿੱਤੇ ਨੇ, ਜ਼ੁਬਾਨ ਇੱਕ ਦਿੱਤੀ ਹੈ। ਇਹਦਾ ਭਾਵ ਇਹ ਸੁਣਦਾ ਤੇ ਇੱਕ ਕੰਨ ਤੋਂ ਵੀ ਸਾਨੂੰ ਹੈ ਹੀ। ਕਹਿੰਦੇ ਇਹਦਾ ਮਕਸਦ ਹੈ, ਇਹ ਪਰਮਾਤਮਾ ਵੱਲੋਂ ਤੈਨੂੰ ਇੱਕ ਪ੍ਰਤੀਕ ਮਿਲਿਆ ਕਿ ਦੋ ਕੰਨ ਨੇ। ਦਾ ਭਾਵ ਹੈ ਸੁਣੀ ਦੋ ਵਾਰੀ, ਜ਼ੁਬਾਨ ਮੁਖ ਇੱਕ ਹੈ, ਬੋਲੀ ਇੱਕ ਵਾਰੀ। ਭਾਵ ਸੁਣੀ ਜ਼ਿਆਦਾ ਤੇ ਬੋਲੀ ਥੋੜ੍ਹਾ। ਪਰ ਸੰਸਾਰ ਦੀ ਰਵਾਇਤ ਬੜੀ ਉਲਟੀ ਹੈ, ਸੁਣਦਾ ਬਹੁਤ ਘੱਟ ਹੈ, ਬੋਲਦਾ ਬਹੁਤ ਜ਼ਿਆਦਾ ਹੈ, ਜਿਸ ਕਰਕੇ ਵਾਦ ਤੇ ਵਿਵਾਦ ਨੇ। ਹਰ ਸੁਣ ਕੀਰਤਨ ਹਰ ਗੁਣ ਰਵਾਂ, ਮੈਂ ਪਹਿਲਾਂ ਤੇਰੀ ਕੀਰਤੀ ਨੂੰ ਸੁਣਾ, ਫਿਰ ਰਵਾਂ। ਹਰ ਜਸ ਮਨ ਲਿਖਾ, ਫਿਰ ਆਪਣੇ ਮਨ ਦੀ ਕਲਮ ਨਾਲ ਐ ਦਾਤਾ ਜੀ ਆਪਣੇ ਮਨ ਦੇ ਉੱਤੇ ਹੀ ਤੇਰੀ ਕੀਰਤੀ ਨੂੰ ਉਕਰ ਦਿਆਂ, ਆਪਣੇ ਮਨ ਦੇ ਉੱਤੇ ਵੀ ਤੇਰੀ ਕੀਰਤੀ ਲਿਖਾਂ। ਜਿਵੇਂ ਜ਼ੁਬਾਨ ਨਾਲ ਬੋਲਦਾ ਹਾਂ, ਇਸੇ ਤਰ੍ਹਾਂ ਮੇਰਾ ਮਨ ਵੀ ਤੇਰੀ ਵਡਿਆਈ ਤੇਰੀ ਕੀਰਤੀ ਕਰੇ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਤੇਰੇ ਨਾਮ ਨੂੰ ਮੈਂ ਜਦੋਂ ਜਪਾਂਗਾ, ਤੇਰੇ ਰੰਗ ਵਿੱਚ ਭਿੱਜ ਕੇ ਜਦੋਂ ਮੈਂ ਧਿਆਵਾਂਗਾ, ਫਿਰ ਪ੍ਰਾਪਤੀ ਕੀ ਹੋਏਗੀ? ਕਿਲ ਵਿਖ ਕ੍ਰਿਖਾ। ਕ੍ਰਿਖਾ ਦਾ ਅਰਥ ਹੁੰਦਾ ਨਾਸ ਹੋ ਜਾਣਾ। ਕਿਲਵਿਖ ਦਾ ਅਰਥ ਹੈ ਬਹੁਤ ਲੰਬੇਰੇ ਪਾਪ ਕਮਾਏ ਹੋਣ। ਪੂਰਬਲੇ ਕੀਤੇ ਹੋਏ ਪਾਪ ਵੀ ਸਾਰੇ ਨਾਸ ਹੋ ਜਾਂਦੇ ਨੇ ਜਦੋਂ ਕੋਈ ਅੰਤਰ ਆਤਮਾ ਭਿੱਜ ਕੇ ਪਰਮਾਤਮਾ ਦੀ ਕੀਰਤੀ ਕਰਦਾ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅਖੀਰ ਕਿਰਪਾ ਕਰਦੇ ਨੇ। ਉਹ ਥਾਂ ਸੁਹਾਵਾ ਹੈ, ਉਹ ਸਰੀਰ ਪਵਿੱਤਰ ਹੈ, ਜਿਸ ਸਰੀਰ ਆਤਮਾ ਦੇ ਅੰਦਰ ਗੁਰੂ ਦੇ ਚਰਨ ਟਿਕ ਗਏ, ਜਿਸ ਧਰਤੀ ਤੇ ਵੀ ਗੁਰੂ ਦੇ ਚਰਨ ਪੈ ਗਏ, ਜਿਸ ਸਰੀਰ ਦੇ ਅੰਦਰ ਮਨ ਵਿੱਚ ਕਿਸੇ ਜੀਵ ਨੇ ਪ੍ਰਭੂ ਦੇ ਗੁਰੂ ਦੇ ਚਰਨਾਂ ਨੂੰ ਵਸਾ ਲਿਆ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ। ਉਹ ਸਰੀਰ ਤੇ ਉਹ ਥਾਨ ਪਵਿੱਤਰ ਹੈ, ਜਿੱਥੇ ਗੁਰੂ ਦੀ ਕਿਰਪਾ ਵਸ ਜਾਏ, ਗੁਰੂ ਦੀ ਰਹਿਮਤ ਵਸ ਜਾਏ, ਗੁਰੂ ਦੀ ਬਖਸ਼ਿਸ਼ ਮਿਲ ਜਾਏ। ਸਭ ਤੋਂ ਵੱਡੀ ਦਾਤ ਹੈ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਇਹ ਹੋਰ ਕਿਤੇ ਨਹੀਂ ਪ੍ਰਾਪਤ ਹੁੰਦੀ, ਇਹ ਪ੍ਰਾਪਤ ਹੁੰਦੀ ਹੈ ਗੁਰੂ ਦੀ ਸੇਵਾ ਦੁਆਰਾ।
ਗੁਰੂ ਦੀ ਖਿਦਮਤ ਕੀਤੀਆਂ ਹੈ। ਸੰਸਾਰ ਜਗਤ ਦੇ ਅੰਦਰ ਇੱਕ ਬਹੁਤ ਵੱਡੇ ਕਵੀ ਹੋਏ ਨੇ ਸੂਫੀ ਜਗਤ ਦੇ, ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਇੱਕ ਬਾਕਮਾਲ ਗੱਲ ਲਿਖੀ। ਆਖਦੇ ਸੰਸਾਰ ਜਗਤ ਦੇ ਅੰਦਰ ਬੰਦਾ ਕਿਸੇ ਪਾਸਿਓਂ ਗੁਜ਼ਰਦਾ ਹੋਵੇ ਨਾ, ਸੋਨੇ ਤੇ ਰੁਪਈਆਂ ਦੇ ਭੰਡਾਰ ਭਰੇ ਹੋਣ, ਉਹਨਾਂ ਦੇ ਵਿੱਚੋਂ ਬੰਦਾ ਲੰਘਦਾ ਹੋਵੇ, ਕਹਿੰਦੇ ਜੇ ਉਹਦੇ ਭਾਗਾਂ ਵਿੱਚ ਨਹੀਂ ਨਾ ਹੈਗਾ, ਭਾਵੇਂ ਸੋਨੇ ਦੇ ਭੰਡਾਰ ਭਰੇ ਹੋਣ, ਪਹਾੜ ਹੋਣ ਸੋਨਿਆਂ ਦੇ ਪਹਾੜਾਂ ਵਿੱਚੋਂ ਲੰਘਦਾ ਹੋਵੇ, ਰੁਪਈਏ ਉਹਦੀ ਥੱਲੇ ਧਰਤੀ ਤੇ ਵਿਛੇ ਹੋਣ, ਪਰ ਜੇ ਉਹਦੇ ਭਾਗਾਂ ਵਿੱਚ ਨਹੀਂ ਤੇ ਉਹ ਇੱਕ ਕਿਣਕਾ ਵੀ ਨਹੀਂ ਲੈ ਸਕਦਾ, ਉਹਦੇ ਭਾਗ ਨਹੀਂ ਜੇ ਇਸ ਗੱਲ ਲਈ ਮੰਨਦੇ। ਦੂਸਰੀ ਗੱਲ ਉਹਨਾਂ ਨੇ ਕੀਤੀ, ਕਹਿੰਦੇ ਸੰਸਾਰ ਜਗਤ ਦੇ ਅੰਦਰ ਬੜੇ ਬੜੇ ਲੋਕ ਆਲਮ ਫਾਜ਼ਲ ਨੇ, ਵਿਦਵਾਨ ਨੇ, ਉਹ ਬਹੁਤ ਕਿਤਾਬਾਂ ਪੜ੍ਹਦੇ ਨੇ, ਦਿਨ ਰਾਤ ਪੜ੍ਹੀ ਜਾਂਦੇ ਨੇ, ਦਿਨ ਰਾਤ ਪੜ੍ਹਦੇ ਨੇ। ਕਹਿੰਦੇ ਪੜ੍ਹਾਕੂ ਤਾਂ ਬੜੇ ਨੇ, ਪਰ ਜੇ ਰੱਬ ਦੀ ਕਿਰਪਾ ਨਹੀਂ ਨਾ, ਪ੍ਰਭੂ ਦੀ ਬਖਸ਼ਿਸ਼ ਨਹੀਂ ਨਾ, ਭਾਵੇਂ 100 ਕਿਤਾਬਾਂ ਬੰਦਾ ਇੱਕ ਸਾਹ ਹੀ ਪੜ੍ਹ ਦੇ, ਕਹਿੰਦੇ ਜੇ ਗੁਰੂ ਦੀ ਪ੍ਰਭੂ ਦੀ ਮਰਜ਼ੀ ਨਹੀਂ ਤੇ ਉਹਨਾਂ 100 ਕਿਤਾਬਾਂ ਵਿੱਚੋਂ ਇੱਕ ਵੀ ਨੁਕਤਾ ਬੰਦੇ ਦੇ ਪੱਲੇ ਨਹੀਂ ਪੈਣਾ, ਇੱਕ ਵੀ ਨੁਕਤਾ ਨਹੀਂ ਉਹਨੂੰ ਸਮਝ ਆਉਣਾ ਜੇ ਗੁਰੂ ਦੀ ਕਿਰਪਾ ਨਹੀਂ। ਕਿਰਪਾ ਵੱਡੀ ਹੈ, ਭਾਵੇਂ ਕਿ ਪੜ੍ਹਦਾ ਹੈ, ਭਾਵੇਂ ਕਿ ਮਨੁੱਖ ਮਿਹਨਤ ਕਰਦਾ ਹੈ, ਜੋ ਕੁਝ ਵੀ ਕਰਦੇ ਹਾਂ ਅਸੀਂ ਪ੍ਰਾਪਤੀ ਲਈ ਕਰਦੇ ਹਾਂ, ਪਰ ਕਹਿੰਦੇ ਜ਼ਰੂਰੀ ਨਹੀਂ ਕਿ ਤੁਹਾਡੀ ਮਿਹਨਤ, ਤੁਹਾਡਾ ਕੀਤਾ ਹੋਇਆ ਕੰਮ ਕਰੇ, ਇਹਦੇ ਪਿੱਛੇ ਕਿਰਪਾ ਵਰਤਦੀ ਹੈ। ਜੇ ਕਿਰਪਾ ਹੈ ਤੇ ਫਿਰ ਸਭ ਕੁਝ ਪ੍ਰਾਪਤ ਹੋ ਜਾਣਾ, ਪਰ ਕਹਿੰਦੇ ਜੇ ਬੰਦਾ ਪੜ੍ਹੇ ਨਾ, ਸੰਸਾਰਿਕ ਜਗਤ ਤੇ ਹੋਰ ਕਾਰਜ ਨਾ ਕਰੇ, ਇੱਕ ਗੁਰੂ ਦੀ ਖਿਦਮਤ ਹੀ ਕਰ ਲੈ, ਇੱਕ ਗੁਰੂ ਦੀ ਸੇਵਾ ਹੀ ਕਰ ਲੈ, ਤੇ ਉਹਨੂੰ ਫਿਰ ਦੁਨੀਆ ਦੇ ਹੋਰ ਕਾਰਜ ਕਰਨ ਦੀ ਲੋੜ ਨਹੀਂ, ਸਭ ਕੁਝ ਉਹਦੇ ਅੰਦਰੋਂ ਹੀ ਆ ਜਾਂਦਾ। ਜੋ ਪਿੱਛੇ ਆਪਾਂ ਪੜ੍ਹਿਆ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਕਹਿੰਦੇ ਸਾਰਾ ਕੁਝ ਉਹਦੇ ਅੰਦਰੋਂ ਹੀ ਆ ਜਾਂਦਾ। ਉਹਦੇ ਬਚਨ ਨੇ बोल आखदा सोने और रुपये से भर जाए जंगल अगर, बिना मर्जी खुदा की ले नहीं सकता कंकर। 100 किताबें अगर तुम पढ़ो कहीं रुके बिना, नुक्ता ना रहे याद मर्जी खुदा के बिना। घर करी खिदमत ना पढ़ी एक किताब, गिरे बां के अंदर से आ जाते इल्म नयाब। कहते भावें 100 किताबां पढ़ लईयां, भावें मेहनत कर ली, पर कुछ नहीं प्राप्त होया। बंदे नूं घर करी खिदमत, पर सब कुछ छड्ड के जे गुरु की खिदमत करन लग जाए, सेवा करन लग जाए, ना पढ़ी एक किताब, भावें कुछ ना पढ़े, गिरे बां के अंदर से, अंदरों ही धुर आत्मा तो ही उन्होंने अनुभव हुंदा है, आ जाते इल्म नयाब। उन्होंने ऐसे ऐसे नुकते याद आ जाते ने, ऐसा ऐसा इल्म उन्होंने याद हुंदा है कि जिदे ते फिर दुनिया रिसर्च करती है, दुनिया खोज करती है भी विद्या कित्थों आई, ये ज्ञान कित्थों आया, तो क्या किने जिन्हें संसार की कोई भी किताब नहीं पढ़ी, संसार की कोई भी किताब उन्हें नहीं पढ़ी, पर उन्हें जो कह दिता ਉਹਦੇ ਤੇ सारी उम्र दुनिया की खोज विच लग जाती। की पढ़िया भगत रविदास जी ने, की पढ़िया बाबा कबीर जी ने जां बाबा फरीद जी ने, अज उन्हां दी बाणी ते लोग PhD करते हैं। किड्डी हैरान करन वाली गल है कि जिन्हां ने संसार की कोई भी इल्म नूं पढ़िया नहीं, कोई भी भाषा नहीं पढ़ी, अपने रंग विच रंगिया ने, परमात्मा नूं जो अंदरों इल्म रब ने दिता उन्होंने गा दिता, ते अज असी उन्हां ते खोज करते हैं, उन्हां दी बाणी नूं सुन के चकरा जाने भी ऐसे ऐसे डूंघे विचार, ऐसियां ऐसियां डूंघियां गल्लां जिहड़ियां 100 किताबां पढ़न वालियां नूं भी शायद याद ना आउण, उन्हां नूं ना प्राप्त होण। ये कित्थों निकलिया ज्ञान? घर करी खिदमत ना पढ़ी एक किताब, गिरे बां के अंदर से आ जाते इल्म नयाब। ये परमात्मा दी गुरु दी खिदमत तो प्राप्त होंदा है। धन धन सुहावा सो शरीर थान है, जिथे मेरा गुर धरे विखा, विखा दा अर्थ हुंदा चरण पै जाने। जिथे गुरु ने अपना आपा टिका दिता ना, भावें मनुखी मन है, मनुखी तन है, जां संसार की कोई धरती है, कोई खंड है, जिथे गुरु का प्रकाश हो गया, गुरु आके वस गया, वो थान, वो शरीर सब कुछ पवित्र हो जाता है। धन गुरु रामदास सच्चे पातशाह जी दतार पिता महाराज जी ने अज इन्हां पावन शब्दां विच यही मेहरामत किरपालता की है कि जो गुरु का शब्द प्राप्त करके भागां वाला जिसनूं गुरु का शब्द प्राप्त हो जाता है, जो फिर जीव गुरु के शब्द की कमाई करता है,
ਉਸ ਨੂੰ ਗੁਰੂ ਸ਼ਬਦ ਦੀ ਕਮਾਈ ਦੀ ਬਦੌਲਤ ਹੀ ਬ੍ਰਹਮ ਦਾ ਗਿਆਨ ਹੁੰਦਾ ਹੈ। ਉਹ ਬ੍ਰਾਹਮਣ ਬਣ ਜਾਂਦਾ ਹੈ, ਬ੍ਰਹਮ ਨੂੰ ਜਾਣਨ ਵਾਲਾ ਹੋ ਜਾਂਦਾ ਹੈ। ਜੁਗ ਸੁਖ ਪਾਏ ਜੁਗ ਚਾਰ, ਫਿਰ ਉਹਨੂੰ ਸਦੀਵੀ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਣ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਲੈਣਾ ਜੀ। ਅੰਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।